ਜਦੋਂ ਚੋਣਾਂ ਆਉਂਦੀਆਂ ਨੇ ਦੇਖਣ ਨੂੰ ਮਿਲਦਾ ਹੈ ਕਿ ਰੁਝਾਨ ਡੇਰਿਆਂ ਵੱਲ ਜ਼ਿਆਦਾ ਵੱਧ ਜਾਂਦਾ ਹੈ। ਵੱਡੇ ਵੱਡੇ ਡੇਰਿਆਂ ਤੱਕ ਸਿਆਸਤਦਾਨ ਪਹੁੰਚਦੇ ਨੇ ਆਸ਼ੀਰਵਾਦ ਲੈਣ ਵਾਸਤੇ, ਪਰ ਆਸ਼ੀਰਵਾਦ ਦਾ ਕੀ ਮਕਸਦ ਹੈ ਜਾਂ ਕੁਝ ਹੋਰ ਹੈ? ਇਹ ਧਾਰਨਾ ਬਣ ਚੁੱਕੀ ਹੈ ਸਾਰੇ ਰਾਜਨੀਤਿਕ ਪਾਰਟੀਆਂ ਦੇ ਮਨਾਂ ਦੇ ਵਿੱਚ ਕਿ ਅਸੀਂ ਲੋਕਾਂ ਦੇ ਵਾਅਦੇ ਪੂਰੇ ਕਰੀਏ ਨਾ ਕਰੀਏ, ਲੇਕਿਨ ਡੇਰਿਆਂ ਤੇ ਜ਼ਰੂਰ ਜਾਈਏ। ਹੁਣ ਚੋਣਾਂ ਖਤਮ ਹੋ ਗਈਆਂ, ਹੁਣ ਨਹੀਂ ਕੋਈ ਡੇਰੇ ਜਾਂਦਾ ਪਿਆ, ਹੁਣ ਸਾਰੇ ਜਹਾਜ਼ ਲੈ ਕੇ ਵਾਪਸ ਚਲੇ ਗਏ ਨੇ। ਉਹਨਾਂ ਨੇ ਤਾਂ ਆਪਣੀ ਕੋਸ਼ਿਸ਼ ਕਰਨੀ ਹੈ ਕਿ ਕਿਸੇ ਤਰੀਕੇ ਅਸੀਂ ਡੇਰੇ ਜਾਈਏ, ਮੱਥਾ ਟੇਕੀਏ, ਲੰਮੇ ਬਹਿ ਕੇ ਚਲੇ ਜਾਣਗੇ। ਜੇ ਕੋਈ ਨਾ ਲੰਮੇ ਬਹਿ ਕੇ ਜਾਣਾ, ਉਹਨਾਂ ਨੇ ਕਹਿਣਾ ਜੇ ਜਾਣਾ ਤੇ ਉਹ ਸੱਚੇ ਮਨ ਨਾਲ ਜਾਵੇ, ਉਹਦਾ ਫਾਇਦਾ ਹੋਵੇ। ਲੇਕਿਨ ਜੇ ਆਪਾਂ ਕਹੀਏ ਕਿ 25 ਕਰੋੜ ਦੇ ਕੇ ਅਸੀਂ ਵੋਟਾਂ 'ਚ ਕਨਵਰਟ ਕਰਾਣਾ। ਇਲੈਕਸ਼ਨਸ ਦਾ ਦੌਰ ਇਹੋ ਜਿਹਾ ਦੌਰ ਹੁੰਦਾ ਹੈ ਜਦੋਂ ਦੇਸ਼ ਦੇ ਵਿੱਚ ਜਾਂ ਸੂਬੇ ਦੇ ਅੰਦਰ ਜਿੰਨੇ ਵੀ ਸਿਆਸਤਦਾਨ ਹੁੰਦੇ ਨੇ ਉਹਨਾਂ ਦੀਆਂ ਵੱਖ-ਵੱਖ ਕਿਸਮ ਦੀਆਂ ਭਾਵਨਾਵਾਂ ਉਜਾਗਰ ਹੋਣ ਲੱਗਦੀਆਂ ਨੇ, ਦਿਖਾਈ ਦੇਣ ਲੱਗਦੀਆਂ ਨੇ। ਔਰ ਚੋਣਾਂ ਆਉਣ ਸਾਰ ਸਿਆਸਤਦਾਨਾਂ ਦਾ ਰੁਝਾਨ ਜਿਹੜਾ ਉਹ ਧਾਰਮਿਕ ਪੱਖ ਵੱਲ ਜ਼ਿਆਦਾ ਵੇਖਣ ਨੂੰ ਨਜ਼ਰ ਆਉਂਦਾ। ਇੱਧਰੋਂ ਚੋਣਾਂ ਆਉਂਦੀਆਂ ਨੇ, ਉੱਧਰ ਡੇਰਿਆਂ ਦੇ ਫੇਰੇ ਸ਼ੁਰੂ ਹੋ ਜਾਂਦੇ ਨੇ। ਕੀ ਲੋੜ ਪੈ ਜਾਂਦੀ ਹੈ? ਕਿਉਂ ਧਾਰਮਿਕ ਪੱਧਰ ਤੇ ਜਾ ਕੇ ਸਿਆਸਤਦਾਨਾਂ ਨੂੰ ਲੋੜ ਪੈਂਦੀ ਹੈ ਸ਼ਿਰਕਤ ਕਰਨ ਦੀ? ਕੀ ਸਿਰਫ ਔਰ ਸਿਰਫ ਆਸ਼ੀਰਵਾਦ ਲੈਣ ਜਾਂਦੇ ਨੇ ਜਾਂ ਫਿਰ ਮਕਸਦ ਕੁਝ ਹੋਰ ਹੁੰਦਾ ਹੈ ਸਿਆਸਤਦਾਨਾਂ ਦਾ? ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ। ਡਾਕਟਰ ਸਾਹਿਬ, ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਛਾ, ਜਦੋਂ ਚੋਣਾਂ ਆਉਂਦੀਆਂ ਨੇ ਦੇਖਣ ਨੂੰ ਮਿਲਦਾ ਹੈ ਕਿ ਰੁਝਾਨ ਡੇਰਿਆਂ ਵੱਲ ਜ਼ਿਆਦਾ ਵੱਧ ਜਾਂਦਾ ਹੈ। ਵੱਡੇ ਵੱਡੇ ਡੇਰਿਆਂ ਤੱਕ ਸਿਆਸਤਦਾਨ ਪਹੁੰਚਦੇ ਨੇ ਆਸ਼ੀਰਵਾਦ ਲੈਣ ਵਾਸਤੇ, ਪਰ ਆਸ਼ੀਰਵਾਦ ਦਾ ਕੀ ਮਕਸਦ ਹੈ ਜਾਂ ਕੁਝ ਹੋਰ ਹੈ? ਨਹੀਂ, ਦੇਖੋ, ਇੱਕ ਖਾਸ ਕਰਕੇ ਪੰਜਾਬ ਦੀ ਆਪਾਂ ਗੱਲ ਕਰ ਰਹੇ ਨਾ, ਪੰਜਾਬ ਦਾ ਇੱਕ ਸਿਨੈਰੀਓ ਹੀ ਸੈੱਟ ਹੋ ਚੁੱਕਾ। ਇਹ ਧਾਰਨਾ ਬਣ ਚੁੱਕੀ ਹੈ ਸਾਰੇ ਰਾਜਨੀਤਿਕ ਪਾਰਟੀਆਂ ਦੇ ਮਨਾਂ ਦੇ ਵਿੱਚ ਕਿ ਅਸੀਂ ਲੋਕਾਂ ਦੇ ਵਾਅਦੇ ਪੂਰੇ ਕਰੀਏ ਨਾ ਕਰੀਏ, ਲੋਕਾਂ ਨੂੰ ਮੂਲਭੂਤ ਸੁਵਿਧਾਵਾਂ ਜਿੱਦਾਂ ਐਜੂਕੇਸ਼ਨ, ਹੈਲਥ, ਸੜਕਾਂ, ਬਿਜਲੀ, ਪਾਣੀ ਉਹ ਦਈਏ ਨਾ ਦਈਏ, ਲੇਕਿਨ ਡੇਰਿਆਂ ਤੇ ਜ਼ਰੂਰ ਜਾਈਏ, ਡੇਰਿਆਂ ਤੇ ਜਾ ਕੇ ਮੱਥਾ ਟੇਕੀਏ। ਔਰ ਉਹ ਡੇਰਿਆਂ ਤੋਂ ਮੱਥਾ ਟੇਕ ਕੇ ਅਸੀਂ ਮੈਸੇਜ ਕਰਵਾਈਏ ਤੇ ਜਿਹੜੀ ਕਾਸਟ ਬੇਸਡ ਜਾਂ ਡੇਰਿਆਂ ਨਾਲ ਜੁੜੀ ਸੰਗਤ ਹੈ, ਅਸੀਂ ਉਹਨਾਂ ਦੀਆਂ ਵੋਟਾਂ ਲਈਏ। ਖਾਸ ਕਰਕੇ ਨਾ ਤੁਸੀਂ ਇਹ ਦੇਖੋ, ਇਹ ਜਿਹੜਾ ਰੁਝਾਨ ਹੈ ਨਾ, ਇਹ 2007 ਤੋਂ ਬਾਅਦ ਤੇਜ਼ ਹੋਇਆ। 2007 ਦੇ ਵਿੱਚ ਯਾਦ ਹੋਵੇਗਾ ਤੁਹਾਨੂੰ, ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਸਰਕਾਰ ਦਾ ਕਾਰਜਕਾਲ ਖਤਮ ਹੋਇਆ ਤੇ ਡੇਰਾ ਜਿਹੜਾ ਸੱਚਾ ਸੌਦਾ ਹੈ, ਉਹਨਾਂ ਵੱਲੋਂ ਮੈਸੇਜ ਕੀਤਾ ਗਿਆ ਕਿ ਕਾਂਗਰਸ ਨੂੰ ਤੁਸੀਂ ਵੋਟ ਪਾਣੀ ਆ, ਕਿਉਂਕਿ ਉਹਨਾਂ ਦੇ ਹਰਮਿੰਦਰ ਸਿੰਘ ਜੱਸੀ, ਉਹਨਾਂ ਦੇ ਜਿਹੜੇ ਸੰਤ ਗੁਰਮੀਤ ਰਾਮ ਰਹੀਮ, ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ, ਉਹ ਕਾਂਗਰਸ ਪਾਰਟੀ ਦੇ ਸੀ ਜੱਸੀ, ਤੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਸੀ। ਔਰ ਤੁਸੀਂ ਇਹ ਦੇਖੋ, ਮਾਲਵੇ ਦੇ ਵਿੱਚ ਬੜੀ ਵੋਟ ਪਈ ਔਰ ਉਸ ਤੋਂ ਬਾਅਦ ਸਾਰੀਆਂ ਰਾਜਨੀਤਿਕ ਪਾਰਟੀਆਂ ਹਿੱਲ ਗਈਆਂ ਕਿ ਡੇਰੇ ਦੇ ਕਾਰਨ ਇੰਨੀ ਵੋਟ ਪੈ ਸਕਦੀ ਆ। ਔਰ ਉਸ ਤੋਂ ਬਾਅਦ ਇੱਕਦਮ 2007 ਤੋਂ ਬਾਅਦ ਟ੍ਰੈਂਡ ਹੀ ਸ਼ੁਰੂ ਹੋ ਗਿਆ ਕਿ ਡੇਰੇ ਜਾਓ, ਮੱਥਾ ਟੇਕੋ ਤੇ ਵੋਟ ਲਵੋ। ਲੇਕਿਨ ਗੱਲ ਇਹ ਹੈਗੀ ਹੈ ਕਿ ਆਪਣੇ ਆਪ ਨੂੰ ਅੰਤਰ ਮੰਥਨ ਕਰਨ ਦੀ ਬਹੁਤ ਜ਼ਰੂਰਤ ਹੈ ਸਾਹਿਬ ਜੀ, ਕਿ ਕੀ ਇਹ ਡੇਰੇ ਸਪਿਰਚੁਅਲਿਟੀ ਦੇ ਵੱਲ ਇਹਨਾਂ ਨੂੰ ਜਾਣਾ ਚਾਹੀਦਾ, ਸਪਿਰਚੁਅਲਿਟੀ ਦੇ ਵਿੱਚ ਇਹਨਾਂ ਦੇ ਅੱਗੇ ਨਤਮਸਤਕ ਹੋਣਾ ਚਾਹੀਦਾ, ਜਾਂ ਡੇਰਿਆਂ ਨੂੰ ਅਸੀਂ ਵੋਟ ਵਾਸਤੇ ਇਸਤੇਮਾਲ ਕਰਨਾ ਚਾਹੀਦਾ? ਔਰ ਪੰਜਾਬ ਤਾਂ ਖਾਸ ਕਰਕੇ ਜੇ ਆਪਾਂ ਸ਼ੁਰੂ ਹੋ ਜਾਈਏ ਮਾਝੇ ਤੋਂ ਤੇ ਮਾਲਵੇ ਤੱਕ ਡੇਰੇ ਹੀ ਡੇਰੇ ਨੇ। ਉਹ ਡੇਰੇ ਜਿਹੜੀ ਹੈ ਪੰਜਾਬ ਦੀ ਘੱਟੋ ਘੱਟ 60% ਪਾਪੂਲੇਸ਼ਨ ਜਿਹੜੀ ਹੈ, ਜੇ 2 ਕਰੋੜ ਕੁਛ ਲੱਖ ਮਤਦਾਤਾ ਹੈਗੇ ਆ ਵੋਟਰ, ਉਹਨਾਂ 'ਚੋਂ 60% ਪਾਪੂਲੇਸ਼ਨ ਡੇਰਿਆਂ ਨਾਲ ਜੁੜੀ ਹੋਈ ਹੈ। ਔਰ ਇਹ ਡੇਰਿਆਂ ਦਾ ਪ੍ਰਭਾਵ ਇਸੇ ਕਰਕੇ ਹੋਰ ਵੱਧ ਰਿਹਾ, ਹੋਰ ਇਸੇ ਕਰਕੇ ਤੇਜ਼ੀ ਨਾਲ ਵੱਧ ਰਿਹਾ ਕਿਉਂਕਿ ਵੱਡੇ ਵੱਡੇ ਲੀਡਰ ਜਿਹੜੇ ਆ ਇਹ ਡੇਰਿਆਂ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਆ। ਔਰ ਇਹਨਾਂ ਦੇ ਨਾਲ ਇਹਨਾਂ ਦਾ ਪ੍ਰਭਾਵ ਵੀ ਵਧਣਾ ਸ਼ੁਰੂ ਹੋ ਗਿਆ। ਔਰ ਇਹਦੇ ਨਾਲ ਪੋਲੀਟੀਕਲ ਬੰਦਿਆਂ ਨੂੰ ਵੀ ਇਹ ਲੱਗਣ ਲੱਗਾ ਕਿ ਡੇਰਿਆਂ ਦੇ ਬਿਨਾਂ ਅਸੀਂ ਪੰਜਾਬ ਦੇ ਵਿੱਚ ਆਪਣੀ ਰਾਜਨੀਤੀ ਨੂੰ ਅੱਗੇ ਨਹੀਂ ਲਿਜਾ ਸਕਦੇ। ਹੁਣ ਤੁਸੀਂ ਇਹ ਦੇਖੋ, ਜਲੰਧਰ ਦੀ ਜਿਮਣੀ ਚੋਣ ਹੋਈ, ਜਿਮਣੀ ਚੋਣ ਦੇ ਵਿੱਚ ਡੇਰਾ ਬੱਲਾਂ ਦੇ ਵਿੱਚ ਸਾਰੇ ਹੀ ਲੀਡਰ ਗਏ, ਸਾਰੇ ਲੀਡਰ ਗਏ ਲਗਭਗ। ਮੈਨੂੰ ਨਹੀਂ ਲੱਗਦਾ ਕੋਈ ਨਾ ਗਿਆ ਹੋਵੇ। ਚਰਨਜੀਤ ਚੰਨੀ ਗਏ ਕਾਂਗਰਸ ਦੇ, ਬਿਕਰਮ ਚੌਧਰੀ ਗਏ, ਕਰਮਜੀਤ ਚੌਧਰੀ ਗਏ, ਅਰਵਿੰਦ ਕੇਜਰੀਵਾਲ ਗਏ, ਭਗਵੰਤ ਮਾਨ ਗਏ, ਅਕਾਲੀ ਦਲ ਗਏ, ਬਸਪਾ ਦੀ ਲੀਡਰਸ਼ਿਪ ਗਈ, ਬੀਜੇਪੀ ਦੀ ਸਾਰੀ ਲੀਡਰਸ਼ਿਪ ਗਈ। ਲੇਕਿਨ ਵੋਟ ਲੋਕਾਂ ਨੇ ਆਪਣੀ ਮਰਜ਼ੀ ਨਾਲ ਪਾਈ ਹੈ। ਵੋਟ ਹੁਣ ਡੇਰਿਆਂ ਲਈ ਵੀ ਬੜੀ ਅਸਮੰਜਸ ਦੀ ਸਥਿਤੀ ਆ। ਤੁਸੀਂ ਦੇਖੋ, ਜਿਹੜੇ ਸਪਿਰਚੁਅਲਿਟੀ ਗੱਦੀ ਦੇ ਉੱਤੇ ਬੈਠੇ ਨੇ, ਜਿਹੜੇ ਤੁਹਾਨੂੰ ਅੱਗੋਂ ਉਪਦੇਸ਼ ਦੇ ਰਹੇ ਨੇ, ਜਿਹੜੇ ਤੁਹਾਨੂੰ ਰਸਤੇ ਪਾ ਰਹੇ ਨੇ, ਉਹਨਾਂ ਕੋਲ ਸਾਰੇ ਪੋਲੀਟੀਕਲ ਲੀਡਰ ਆ ਕੇ ਬੈਠ ਜਾਣਗੇ। ਉਹ ਕਿਹਦੀ ਮਦਦ ਕਰਨਗੇ, ਕਿਹਦੀ ਨਹੀਂ ਕਰਨਗੇ? ਅੱਗੇ ਉਹਨਾਂ ਨੇ ਹਾਲਾਤ ਦੇਖ ਲਏ ਆ। 2007 ਦੇ ਵਿੱਚ ਰਾਮ ਰਹੀਮ, ਡੇਰਾ ਸੱਚਾ ਸੌਦਾ ਨੇ ਕਾਂਗਰਸ ਦੀ ਮਦਦ ਕੀਤੀ, ਉਸ ਤੋਂ ਬਾਅਦ ਕਿੰਨਾ ਕੁਛ ਹੋਇਆ।
ਅਕਾਲੀ ਦਲ ਦੀ ਸਰਕਾਰ ਆ ਗਈ, ਅਕਾਲੀ ਦਲ ਦੀ ਸਰਕਾਰ 'ਚ ਆ ਕੇ ਉਹਨਾਂ ਦੇ ਉੱਤੇ ਜਿਹੜੀਆਂ ਬਾਅਦ 'ਚ FIR ਹੋਈਆਂ, ਉਸ ਤੋਂ ਬਾਅਦ FIR ਤੋਂ ਬਾਅਦ ਉਹਨੇ ਜਦੋਂ ਅਕਾਲੀ ਦਲ ਨਾਲ ਸਮਝੌਤਾ ਕਰ ਲਿਆ, ਫਿਰ ਉਹ FIR ਦੇ ਉੱਤੇ ਕੈਂਸਲ ਵੀ ਹੋਈਆਂ, ਵਾਪਸ ਵੀ ਲਿੱਤਾ ਗਿਆ FIR ਨੂੰ ਇੱਕ ਨੂੰ, ਉਸ ਤੋਂ ਬਾਅਦ ਵੀ ਕੇਸ ਜਿਹੜੇ ਆ ਕਿੰਨੇ ਚੱਲੇ। ਸੋ ਕਹਿਣ ਦਾ ਮੇਰਾ ਇਹ ਮਕਸਦ ਹੈਗਾ ਕਿ ਡੇਰੇ ਦਾ ਜਿਹੜਾ ਪੋਲੀਟੀਸਾਈਜ਼ ਹੈ ਉਹ ਲੀਡਰਾਂ ਨੂੰ ਵੀ ਚਾਹੀਦਾ ਨਾ ਕਰਨ। ਉਸ ਇੱਕ ਮੈਂ ਆਪਣੇ ਤੌਰ ਤੇ ਪਰਸਨਲ ਕਹਿਣਾ ਐਨਾਲਿਸਿਸ ਕਰਕੇ ਕਿ ਉਹਦੇ ਨਾਲ ਸਗੋਂ ਆਪਣੀ ਆਸਥਾ ਨੂੰ ਜਿਹੜੇ ਨਾਮਲੇਵਾ ਸੰਗਤ ਹੁੰਦੀ ਹੈ ਉਹਨਾਂ ਦੀ ਆਸਥਾ ਨੂੰ ਠੇਸ ਪਹੁੰਚਦੀ ਹੈ। ਬਈ ਤੁਸੀਂ ਇਹ ਪੁੱਛੋ ਹੁਣ ਚੋਣਾਂ ਖਤਮ ਹੋ ਗਈਆਂ, ਹੁਣ ਨਹੀਂ ਕੋਈ ਡੇਰੇ ਜਾਂਦਾ ਪਿਆ, ਹੁਣ ਸਾਰੇ ਜਹਾਜ਼ ਲੈ ਕੇ ਵਾਪਸ ਚਲੇ ਗਏ ਨੇ। ਉਹ ਯਾਰ ਥੋੜ੍ਹਾ ਜਿਹਾ ਆਪਾਂ ਇਸ ਚੀਜ਼ ਨੂੰ ਸਮਝੀਏ। ਤੁਸੀਂ ਜਦੋਂ ਚੋਣਾਂ ਆਉਂਦੀਆਂ ਤੁਸੀਂ ਡੇਰੇ ਵੱਲ ਜਾਣਾ ਸ਼ੁਰੂ ਕਰ ਦਿੰਦੇ ਹੋ, ਔਰ ਇਹਦੇ ਨਾਲ ਪ੍ਰਭਾਵ ਜਿਹੜਾ ਵਾ ਉਹ ਸਗੋਂ ਮੈਂ ਸਮਝਦਾ ਕਿ ਉਲਟਾ ਪੈਣਾ ਸ਼ੁਰੂ ਹੋ ਗਿਆ। ਹੁਣ ਦੇਖੋ ਪੰਜਾਬ 'ਚ ਨਾ ਮੇਰੇ ਹਿਸਾਬ ਦੇ ਨਾਲ 20 ਬੜੇ ਮਜ਼ਬੂਤ ਡੇਰੇ ਨੇ, ਔਰ ਉਸ ਤੋਂ ਇਲਾਵਾ ਦਿਵਯ ਜੋਤੀ ਜਾਗਤੀ ਸੰਸਥਾਨ ਹੈ, ਨੂਰ ਮਹਿਲ ਦਾ, ਜੋੜੇ ਵਾਲੇ ਸੰਤ ਨੇ, ਇਸ ਤੋਂ ਇਲਾਵਾ ਹੋਰ ਵੀ ਜਿਹੜੇ ਹੈ ਲੁਧਿਆਣੇ ਵੀ ਨੇ, ਮੋਹਾਲੀ 'ਚ ਵੀ ਨੇ ਡੇਰੇ। ਇਹਦੇ ਨਾਲ ਵੋਟਰ 'ਤੇ ਹੁਣ ਪ੍ਰਭਾਵ ਘਟਣਾ ਸ਼ੁਰੂ ਹੋ ਗਿਆ, ਔਰ ਕੋਸ਼ਿਸ਼ ਲੀਡਰਾਂ ਵੱਲੋਂ ਕੀਤੀ ਜਾਂਦੀ ਹੈ। ਤੁਸੀਂ ਦੇਖੋ ਜਿਮਣੀ ਚੋਣਾਂ ਦੇ ਵਿੱਚ ਭਾਜਪਾ ਦੀ ਲੀਡਰਸ਼ਿਪ, ਵਿਜੇ ਰੂਪਾਨੀ ਸੀਗੇ ਆਪਣੇ ਜਲੰਧਰ ਦੇ ਜਿਮਣੀ ਚੋਣ ਦੇ ਇੰਚਾਰਜ, ਲੀਡਰਸ਼ਿਪ ਨੂੰ ਲੈ ਕੇ ਜਿਹੜੇ ਆਪਣੇ ਰਾਧਾ ਸਵਾਮੀ ਮੱਤ ਦੇ ਗੱਦੀਸ਼ੀਨ ਨੇ ਬਾਬਾ ਗੁਰਿੰਦਰ ਸਿੰਘ ਜੀ, ਉਹਨਾਂ ਨੂੰ ਮਿਲਣ ਸੋਲਨ ਚਲੇ ਗਏ। ਉਹ ਸੋਲਨ 'ਚ ਸਤਸੰਗ ਕਰ ਰਹੇ ਸੀ ਉਹਦੇ ਨਾਲ, ਉਹਨਾਂ ਕੋਲ ਚਲੇ ਗਏ, ਉੱਥੋਂ ਫੋਟੋ ਖਿਚਾ ਕੇ ਫੋਟੋ ਬਕਾਇਦਾ ਵਾਇਰਲ ਕੀਤੀ ਗਈ। ਥੋੜ੍ਹੇ ਦਿਨ ਪਹਿਲਾਂ ਰਾਘਵ ਚੱਡਾ ਚਲੇ ਗਏ, ਚੋਣਾਂ ਤੋਂ ਚੰਦ ਦਿਨ ਪਹਿਲਾਂ ਰਾਘਵ ਚੱਡਾ ਚਲੇ ਗਏ, ਉਹਨਾਂ ਨੇ ਆਪਣੀ ਫੋਟੋ ਬਣਾ ਕੇ ਭੇਜ ਦਿੱਤੀ। ਸੋ ਕਹਿਣ ਦਾ ਮੇਰਾ ਇਹ ਮਕਸਦ ਹੈਗਾ ਕਿ ਇਹ ਫੋਟੋਆਂ ਦੇ ਨਾਲ ਸੰਗਤ ਸਗੋਂ ਮੈਂ ਸਮਝਦਾ ਹਰਟ ਹੁੰਦੀ ਹੈ ਕਿ ਸਾਡਾ ਸਪਿਰਚੁਅਲਿਟੀ ਦਾ ਜਿਹੜਾ ਵੇ ਹੈ ਇਹ ਡਿਸਟਰਬ ਹੁੰਦਾ। ਸਪਿਰਚੁਅਲਿਟੀ ਦੇ ਸੈਂਟਰ ਦੇ ਵਿੱਚ ਉਹਦਾ ਰਾਜਨੀਤੀਕਰਨ ਕੀਤਾ ਜਾਂਦਾ। ਉਹ ਤਾਂ ਕਿਸੇ ਵੀ, ਮੈਨੂੰ ਨਹੀਂ ਲੱਗਦਾ 2007 ਤੋਂ ਬਾਅਦ ਕਿਸੇ ਡੇਰੇ ਵੱਲੋਂ ਓਪਨਲੀ ਕਿਹਾ ਹੋਵੇ ਕਿ ਇਹਦੀ ਮਦਦ ਕੀਤੀ ਜਾਵੇ। ਔਰ ਜਿਹੜਾ ਓਪਨਲੀ ਇਨਸਾਈਡ ਤਾਂ ਚਲੋ ਸਭ ਲਈ ਹੁੰਦਾ, ਕਿਸੇ ਨਾ ਕਿਸੇ ਨਾਲ ਸੰਗਤ ਦਾ ਲਗਾਵ ਹੁੰਦਾ, ਕਿਤੇ ਡੇਰੇ ਦੇ ਨਾਲ ਉਹਨਾਂ ਨੂੰ ਲੱਗਦਾ ਕਿ ਇਹਦੀ ਆਸਥਾ ਹੈ, ਕੈਂਡੀਡੇਟ ਸਾਡੇ ਡੇਰੇ ਦਾ, ਉਹ ਇੱਕ ਇਮੋਸ਼ਨਸ ਹੁੰਦੇ ਆ। ਲੇਕਿਨ ਜੇ ਤੁਸੀਂ 2007 ਤੋਂ ਬਾਅਦ ਦੇਖੋ ਓਪਨਲੀ ਐਲਾਨ ਹੋ ਗਿਆ, ਹਾਲਾਂਕਿ ਸਾਰੇ ਡੇਰਿਆਂ ਨੇ ਆਪਣੇ ਰਾਜਨੀਤਿਕ ਵਿੰਗ ਬਣਾ ਰੱਖੇ ਨੇ, ਉਹ ਕਰਦੇ ਨੇ, ਨਫਾ ਨੁਕਸਾਨ ਤੈਅ ਕਰਦੇ ਨੇ। ਹੁਣ ਇਹ ਦੇਖੋ ਤੁਸੀਂ 2022 ਦੀਆਂ ਚੋਣਾਂ ਸੀ, 2022 ਦੀਆਂ ਚੋਣਾਂ ਵਿੱਚ ਆਖਿਰਲੇ ਦਿਨ ਤੱਕ ਲੋਕਾਂ ਦੀ ਨਜ਼ਰ ਮਾਲਵੇ ਦੇ ਵਿੱਚ ਜਿਹੜਾ ਡੇਰਾ ਸੱਚਾ ਸੌਦਾ ਦੇ ਉੱਤੇ ਸੀਗੀ। ਬਈ ਇੱਥੋਂ ਕੀ ਮੈਸੇਜ ਆਉਂਦਾ, ਕੀ ਮੈਸੇਜ ਆਉਂਦਾ। ਉਹਨਾਂ ਦਾ ਆਖਿਰਲੇ ਦਿਨ ਇੰਟਰਨਲੀ ਮੈਸੇਜ ਆਇਆ, ਓਪਨ ਟੂ ਨਹੀਂ ਆਇਆ ਕਿ ਭਾਰਤੀ ਜਨਤਾ ਪਾਰਟੀ ਮਦਦ ਕੀਤੀ। ਮੈਨੂੰ ਦੱਸੋ ਮਾਲਵੇ 'ਚੋਂ ਇੱਕ ਵੀ ਸੀਟ ਨਹੀਂ ਜਿੱਤੀ। ਜੇ ਇੱਕ ਵੀ ਸੀਟ ਜਿੱਤੀ ਹੈ ਤਾਂ ਦੱਸ ਦਿਓ। ਮਾਲਵੇ 'ਚ ਕੋਈ ਸੀਟ ਨਹੀਂ ਜਿੱਤੀ ਬੀਜੇਪੀ ਨੇ। ਸੰਦੀਪ ਜਾਖੜ ਜਿੱਤੇ ਨੇ ਕਾਂਗਰਸ ਤੋਂ, ਮਨਪ੍ਰੀਤ ਅਯਾਲੀ ਜਿੱਤੇ ਨੇ ਅਕਾਲੀ ਦਲ ਤੋਂ, ਤੇ ਰਾਜਾ ਵੜਿੰਗ ਜਿੱਤੇ ਨੇ ਕਾਂਗਰਸ ਤੋਂ। ਆਹੀ 3 ਸੀਟਾਂ ਮੈਨੂੰ ਲੱਗਦਾ ਬਾਹਰ ਗਈਆਂ, ਬਾਕੀ ਸਾਰੀਆਂ ਭਗਵੰਤ ਮਾਨ ਦੇ ਆਮ ਆਦਮੀ ਪਾਰਟੀ ਦੇ ਖਾਤੇ ਚਲੀਆਂ ਗਈਆਂ। ਉਹਦਾ ਕੋਈ ਫਰਕ ਪਿਆ? ਕਿਉਂਕਿ ਸੰਗਤ ਵੀ ਅੱਗੇ ਨਾਲੋਂ ਅਵੇਅਰ ਹੋਣਾ ਸ਼ੁਰੂ ਹੋ ਗਈ ਆ। ਬਈ ਜਦੋਂ ਚੋਣਾਂ ਦਾ ਮੌਸਮ ਆਉਂਦਾ ਸਭ ਡੇਰੇ ਵੱਲ ਦੌੜਦੇ ਨੇ, ਤੇ ਉਹ ਆਪ ਸਗੋਂ ਪਰੇਸ਼ਾਨ ਹੋ ਜਾਂਦੇ ਨੇ ਕਿਹਨੂੰ ਵੋਟ ਪਾਵਾਂਗੇ, ਕਿਹਨੂੰ ਨਹੀਂ ਪਾਵਾਂਗੇ। ਸੋ ਆਪਣਾ ਠਾਣ ਕੇ ਰੱਖਦੇ ਨੇ ਅਸੀਂ ਵੋਟ ਕਿਹਨੂੰ ਪਾਣੀ ਆ। ਅੱਛਾ, ਦੋ ਸਿਧਾਂਤ ਕੰਮ ਕਰਦੇ ਨੇ। ਇੱਕ ਬੰਦਾ ਕਹਿੰਦਾ ਹੈ ਕਿ ਮੈਂ ਧਾਰਮਿਕ ਹਾਂ, ਇੱਕ ਪੰਥਕ ਪਾਰਟੀਆਂ ਵੀ ਹੁੰਦੀਆਂ ਨੇ, ਧਾਰਮਿਕ ਪੱਧਰ ਤੇ ਪਾਰਟੀਆਂ ਹੁੰਦੀਆਂ ਨੇ। ਦੂਜੇ ਪਾਸੇ ਸਾਡੇ ਸੰਵਿਧਾਨ 'ਚ ਗੱਲ ਹੈਗੀ ਹੈ ਸੈਕੂਲਰਿਜ਼ਮ ਦੀ, ਕਿ ਅਸੀਂ ਸੈਕੂਲਰ ਹੈਗੇ ਹਾਂ, ਅਸੀਂ ਧਰਮ ਦੇ ਪੱਧਰ ਤੇ ਨਹੀਂ ਵੰਡਦੇ, ਅਸੀਂ ਸਿਆਸਤ ਨੂੰ ਵੱਖਰਾ ਰੱਖਾਂਗੇ। ਇਹਨਾਂ ਦੋ ਧਾਰਨਾਵਾਂ ਨੂੰ ਕਿਉਂ ਮਿਲਾ ਲਿਆ ਜਾਂਦਾ? ਕੀ ਲੋੜ ਪੈ ਜਾਂਦੀ ਹੈ ਸਿਆਸਤਦਾਨ ਨੂੰ ਧਰਮ ਦੇ? ਤੁਸੀਂ ਆਪ ਹੁਣ ਦੱਸਿਆ ਕਿ ਜਿਹੜੇ ਵੋਟਰਸ ਨੇ ਉਹ ਆਪਣਾ ਦਿਮਾਗ ਵਰਤਦੇ ਨੇ, ਸੰਗਤਾਂ ਬੜਾ ਗੌਲਦੀਆਂ ਨਹੀਂ, ਪਰ ਤਾਂ ਵੀ ਕੀ ਲੋੜ ਪੈਂਦੀ ਹੈ ਜਾ ਕੇ ਫੋਟੋਆਂ ਖਿਚਾਉਣ ਦਾ? ਕਿਉਂ ਉਹਨਾਂ ਨੂੰ ਐ ਲੱਗਦਾ ਕਿ ਲੋਕ ਇੰਟੀਮੀਡੇਟ ਹੋ ਜਾਣਗੇ? ਦੇਖੋ ਆਪਣੇ ਵੱਲੋਂ ਤਾਂ ਹਰ ਇੱਕ ਪੋਲੀਟੀਸ਼ੀਅਨ ਦੀ ਕੋਸ਼ਿਸ਼ ਹੁੰਦੀ ਹੈ ਸਾਮ ਦਾਮ ਦੰਡ ਭੇਦ ਕਿਸੇ ਤਰੀਕੇ ਇਹ ਸੀਟ ਜਿੱਤਣੀ ਹੈ, ਮੈਂ MLA ਬਣਨਾ ਹੀ ਹੈ, ਮੈਂ ਸੰਸਦ ਬਣਨਾ ਹੀ ਹੈ, ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਪੁਰਜੋਰ। ਦੇਖੋ ਰਾਜਨੀਤੀ ਦੇ ਵਿੱਚ ਹਰ ਪੈਂਤਰਾ ਇਸਤੇਮਾਲ ਹੁੰਦਾ। ਮੈਂ ਰਾਜਨੀਤੀਆਂ ਦੀ ਤਾਂ ਗੱਲ ਜਿਹੜੀ ਹੈ ਕਰਦਾ, ਉਹਨਾਂ ਨੇ ਤਾਂ ਆਪਣੀ ਕੋਸ਼ਿਸ਼ ਕਰਨੀ ਹੈ ਕਿ ਕਿਸੇ ਤਰੀਕੇ ਅਸੀਂ ਡੇਰੇ ਜਾਈਏ, ਮੱਥਾ ਟੇਕੀਏ। ਲੰਮੇ ਬਹਿ ਕੇ ਚਲੇ ਜਾਣਗੇ ਜੇ ਕਹੋਗੇ ਨਾ ਲੰਮੇ ਬਹਿ ਕੇ ਜਾਣਾ, ਉਹਨਾਂ ਨੇ ਕਹਿਣਾ, ਪਰ ਗੱਲ ਫੋਟੋ ਖਿਚਾ ਕੇ ਇੱਕ ਮੈਸੇਜ ਕਨਵੇ ਕਰਾਉਂਦੇ ਨੇ ਕਿ ਅਸੀਂ ਤੁਹਾਡੇ ਕੋਲ ਆਏ ਹਾਂ, ਇਹ ਸੰਗਤ ਦੇ ਵਿੱਚ ਇੱਕ ਫੋਟੋ ਭੇਜ ਦਿਓ ਤਾਂ ਕਿ ਜਿਹੜੀ ਆ ਕੋਈ ਸੰਗਤ ਜਿਹੜੀ ਆ ਉਹ ਸਾਨੂੰ ਵੋਟ ਪਾਉਣ ਵੱਲ ਆ ਜਾਵੇ। ਦੇਖੋ ਜੇ ਤੁਸੀਂ ਗੱਲ ਕਰੀਏ ਕਿ
ਪੰਜਾਬ ਦੇ ਡੇਰਿਆਂ ਦਾ ਜਿਹੜਾ ਵਾ ਕੰਟਰੀਬਿਊਸ਼ਨ ਕਈ ਜਗ੍ਹਾ ਦੇ ਉੱਤੇ ਬਹੁਤ ਅੱਛਾ ਹੈ, ਜਿਹਦੇ ਆਪਾਂ ਐਗਜ਼ਾਮਪਲਾਂ ਹੀ ਸੈੱਟ ਕੀਤੀਆਂ ਹੋਈਆਂ। ਤੁਹਾਨੂੰ ਯਾਦ ਹੋਵੇਗਾ ਕਰੋਨਾ ਕਾਲ ਤੁਸੀਂ ਰਿਪੋਰਟਿੰਗ ਕੀਤੀ, ਮੈਂ ਕੀਤੀ, ਔਰ ਕਿੰਨਾ ਲੰਗਰ ਡੇਰਿਆਂ ਵੱਲੋਂ ਤਿਆਰ ਹੋ ਕੇ ਗਿਆ। ਡੇਰਿਆਂ 'ਚ ਲੰਗਰ ਬਣਿਆ, ਤਿਆਰ ਹੋ ਕੇ ਪੈਕਟਾਂ 'ਚ ਡਿਸਟਰੀਬਿਊਟ ਹੋਇਆ। ਕਰੀਬ ਜਲੰਧਰ 'ਚ 15 ਲੱਖ ਜਿਹੜਾ ਮੈਨੂੰ ਲੱਗਦਾ, ਜਿੱਥੇ ਤੱਕ ਮੈਂ ਫਿਗਰ ਉਦੋਂ ਯਾਦ ਕੀਤੀ ਸੀ, 15 ਲੱਖ ਲੋਕਾਂ ਦਾ ਲੰਗਰ ਇੱਥੇ ਬਾਈਪਾਸ ਰਾਧਾ ਸਵਾਮੀ ਡੇਰੇ 'ਚ ਤਿਆਰ ਹੋਇਆ ਔਰ ਉਹ ਸੰਗਤ 'ਚ ਡਿਸਟਰੀਬਿਊਟ ਕੀਤਾ ਗਿਆ। ਉਹ ਕੰਮ ਭਲਾਈ ਵਾਲੇ ਨੇ, ਨਿਰੰਕਾਰੀ ਮਿਸ਼ਨ ਨੇ ਬਹੁਤ ਕੰਮ ਕੀਤਾ, ਠੀਕ ਹੈ ਨਾ। ਨਾਮਧਾਰੀਆਂ ਦਾ ਹੈਗਾ। ਹੁਣ ਦੇਖੋ ਜਦੋਂ ਲੁਧਿਆਣੇ ਦੀ ਕਿਤੇ ਚੋਣ ਆਊਗੀ ਨਾ, ਸਾਰੇ ਲੀਡਰ ਨਾਮਧਾਰੀ ਡੇਰੇ 'ਚ ਪਹੁੰਚ ਜਾਣਗੇ ਬਈ ਚਲੋ ਜੀ ਨਾਮਧਾਰੀਆਂ ਦੀਆਂ ਵੋਟਾਂ ਹੈਗੀਆਂ ਜੀ, ਉਹਨਾਂ ਦੇ ਡੇਰੇ 'ਚ ਜਾਓ ਜੀ, ਪੰਜਾਬ ਦੀਆਂ ਚੋਣਾਂ ਆ ਗਈਆਂ ਜੀ। ਲੇਕਿਨ ਗੱਲ ਇਹ ਹੈਗੀ ਹੈ ਕਿ ਕੀ ਆਪਾਂ ਸਿਰਫ ਤੇ ਸਿਰਫ ਚੋਣਾਂ ਦੇ ਵਿੱਚ ਜਾਣਾ? ਉਹਨਾਂ ਦੇ ਸਮਾਜ ਕਲਿਆਣ ਕੰਮਾਂ ਨੂੰ ਸਗੋਂ ਐਗਜ਼ਾਮਪਲਾਂ ਸੈੱਟ ਕਰੋ। ਠੀਕ ਹੈ, ਮੇਰੀ ਆਸਥਾ ਹੈਗੀ ਹੈ, ਮੇਰੀ ਆਸਥਾ ਕਿਸੇ ਵੀ ਡੇਰੇ ਨਾਲ ਹੈਗੀ ਆ, ਪਰ ਮੈਂ ਉਹਦੀ ਫੋਟੋ ਖਿਚਾ ਕੇ ਵਾਇਰਲ ਕਰਾਂਗਾ ਤੇ ਮੈਂ ਸਮਝਦਾ ਕਿ ਮੈਂ ਗੁਨਾਹਗਾਰ, ਮੈਂ ਸਮਝਦਾ ਕਿ ਮੈਂ ਗੁਨਾਹਗਾਰ ਹੋਊਂਗਾ। ਠੀਕ ਹੈ, ਤੁਸੀਂ ਦਰਸ਼ਨ ਕਰੋ, ਇੱਕ ਆਓ ਸ਼ਰਧਾਲੂ ਜਾਣਾ, ਤੁਸੀਂ VVIP ਹੋ, ਆਓ ਮੱਥਾ ਟੇਕੋ ਜਾਓ, ਲੇਕਿਨ ਤੁਸੀਂ ਉਹ ਫੋਟੋ ਖਿਚਾ ਕੇ ਆਪਣੇ ਮਨ ਦੇ ਵਿੱਚ ਇੱਕ ਖੋਟ ਰੱਖ ਕੇ ਚੱਲੋ ਕਿ ਇਹ ਫੋਟੋ ਦਾ ਮੈਂ ਯੂਜ਼ ਕਰਾਂਗਾ ਵੋਟਾਂ ਲੈਣ ਲਈ, ਉਹ ਤਾਂ ਪਾਪ ਹੈ। ਦੈਟ ਇਜ਼ ਅ ਪਾਪ, ਮੈਂ ਉਹਨੂੰ ਕ੍ਰਾਈਮ ਵੀ ਕਹੂੰਗਾ। ਆਪਣੀ ਮੈਂਟਲ ਸੈਟਅਪ ਜਿਹੜਾ ਵਾ ਅਸੀਂ ਇਸ ਤਰ੍ਹਾਂ ਦਾ ਬਣਾ ਲਿਆ ਕਿ ਅਸੀਂ ਫਲਾਣੇ ਡੇਰੇ 'ਚ ਜਾਵਾਂਗੇ, ਉਹਨਾਂ ਨਾਲ ਫੋਟੋ ਖਿਚਾਵਾਂਗੇ, ਖੱਬੇ ਖੜੇ ਹੋਵਾਂਗੇ, ਸੱਜੇ ਖੜੇ ਹੋਵਾਂਗੇ, ਉਹ ਫੋਟੋ ਇੱਕਦਮ ਅਸੀਂ ਵਾਇਰਲ ਕਰਾਂਗੇ ਔਰ ਅਸੀਂ ਪੇਜਾਂ 'ਤੇ ਪਾਵਾਂਗੇ, ਸੋਸ਼ਲ ਮੀਡੀਆ 'ਚ ਸੰਗਤ ਦੇਖੇਗੀ ਜੀ, ਲਓ ਜੀ ਇਹ ਸਾਡੇ ਡੇਰੇ 'ਚ ਗਏ, ਵੋਟ ਪਾਓ। ਔਰ ਤੁਸੀਂ ਇਹ ਦੇਖੋ ਬਈ ਹੁਣ ਜਿਹੜੇ ਆ ਡੇਰੇ ਦੇ ਸੰਚਾਲਕ ਵੀ ਐਨ ਬਿਲਕੁਲ ਇਸ ਚੀਜ਼ ਦੇ ਉੱਤੇ ਖਾਮੋਸ਼ ਹੋ ਚੁੱਕੇ ਨੇ ਔਰ ਉਹ ਕਿਸੇ ਨੂੰ ਵੀ ਆਸ਼ੀਰਵਾਦ ਸਭ ਨੂੰ ਦਿੰਦੇ ਆ, ਪਰ ਵੋਟਾਂ ਵਾਸਤੇ ਉਹ ਕਿਸੇ ਨੂੰ ਮੈਸੇਜ ਨਹੀਂ ਕਰਦੇ। ਕਿਉਂਕਿ ਹੁਣ ਅੱਗੇ ਹੁੰਦਾ ਸੀ 2 ਪਾਰਟੀ ਸਿਸਟਮ ਪੰਜਾਬ 'ਚ, ਹੁਣ ਜਿਹੜੀਆਂ ਬਹੁ ਪਾਰਟੀ ਸਿਸਟਮ ਆ ਗਿਆ। ਹੁਣ ਦੇਖੋ ਕਾਂਗਰਸ ਵੀ ਇਲੈਕਸ਼ਨ ਲੜਦੀ ਹੈ, BJP ਵੀ ਲੜ ਰਹੀ ਹੈ, ਅਕਾਲੀ ਦਲ ਬਸਪਾ ਵੀ ਲੜ ਰਿਹਾ, ਆਮ ਆਦਮੀ ਪਾਰਟੀ ਵੀ ਲੜ ਰਹੀ ਹੈ। ਉਹ ਕਿਹਨੂੰ ਆਸ਼ੀਰਵਾਦ ਦੇਣਗੇ ਵੋਟਾਂ ਦਾ, ਕਿਹਨੂੰ ਨਹੀਂ ਦੇਣਗੇ। ਜੇ ਇੱਕ ਨੂੰ ਦੇਣਗੇ 3 ਤੁਹਾਡੇ ਦੁਸ਼ਮਣ ਬਣਨਗੇ। ਉਹ ਨੈਚੁਰਲੀ ਗੱਲ ਹੈ ਕਿ ਜੇ ਤਿੰਨ ਦੁਸ਼ਮਣ ਬਣਨਗੇ ਤੇ ਉਹ ਡੇਰੇ ਦੀ ਕਿਤੇ ਨਾ ਕਿਤੇ ਆ ਕੇ ਡੇਰੇ ਨੂੰ ਤੰਗ ਪਰੇਸ਼ਾਨ ਕਰਨਗੇ ਔਰ ਡੇਰਾ ਉਸ ਦੇ ਵਿੱਚ ਰਾਜਨੀਤੀ ਕਰਨ 'ਚ ਫਸ ਜਾਏਗਾ ਔਰ ਉਹਦੇ ਨਾਲ ਸੰਗਤ ਸਗੋਂ ਉਹਦੀ ਠੇਸ ਪਹੁੰਚੇਗੀ। ਜਿਹੜਾ ਕੰਮ ਕਰਨ ਵਾਲਾ, ਜਿਹੜਾ ਕੰਮ ਪੋਲੀਟੀਸ਼ਨਾਂ ਨੂੰ ਕਰਨ ਵਾਲਾ, ਉਹ ਕੰਮ ਇਹ ਕਰਨ ਵਾਲਾ ਹੈਗਾ ਕਿ ਤੁਸੀਂ ਸਪਿਰਚੁਅਲਿਟੀ ਦੇ ਵਿੱਚ ਜਿਹੜੇ ਰਸਤੇ ਦੇ ਵਿੱਚ ਹੈ, ਇੱਕ ਆਓ ਆਸ਼ੀਰਵਾਦ ਲਵੋ, ਆਪਣਾ ਸੰਗਤ ਵਾਂਗੂ ਲਵੋ, ਲੋਕਾਂ ਨੂੰ ਸਗੋਂ ਇਹਦੇ ਵਿੱਚ ਜਾ ਕੇ ਉਹਨਾਂ ਦੀ ਮਦਦ ਲਵੋ ਕਿ ਪੰਜਾਬ 'ਚੋਂ ਅਸੀਂ ਨਸ਼ਾ ਕਿੱਦਾਂ ਖਤਮ ਕਰ ਸਕਦੇ ਹਾਂ, ਇਹਦੀ ਮਦਦ ਲਵੋ ਕਿ ਅਸੀਂ ਪੰਜਾਬ ਦੇ ਵਿੱਚੋਂ ਗਰੀਬੀ ਕਿੱਦਾਂ ਖਤਮ ਕਰ ਸਕਦੇ ਹਾਂ, ਇਸ ਚੀਜ਼ ਦੀ ਮਦਦ ਲਵੋ ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਬੱਚਾ ਬਾਹਰ ਜਾ ਰਿਹਾ ਹੈ, ਅਸੀਂ ਇੱਥੇ ਪੰਜਾਬ ਨੂੰ ਕਿੰਨਾ ਕੁ ਹੋਰ ਖੁਸ਼ਹਾਲ ਕਰ ਸਕਦੇ ਕਿ ਬੱਚਾ ਨਾ ਜਾਵੇ। ਤੇ ਜੇ ਤੁਸੀਂ ਉਹ ਡੇਰਿਆਂ ਦੀ ਮਦਦ ਹੀ ਆਪਣੀਆਂ ਵੋਟਾਂ ਲਈ ਲੈਣੀ ਹੈ ਤੇ ਫਿਰ ਮੈਂ ਨਹੀਂ ਸਮਝਦਾ ਕਿ ਕੋਈ ਭਲਾ ਹੈਗਾ ਔਰ ਇਹਦਾ ਹੁਣ ਕੋਈ ਬੈਨੀਫਿਟ ਵੀ ਨਹੀਂ ਹੋ ਰਿਹਾ। ਤੇ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਪੈਸੇ ਵੀ ਚੜਾਏ ਜਾਂਦੇ ਨੇ। ਹਾਲ ਹੀ ਵਿੱਚ 25 ਕਰੋੜ ਦਾ ਮਾਮਲਾ ਸਾਹਮਣੇ ਆਉਂਦਾ ਹੈ, ਡੇਰਾ ਬੱਲਾਂ ਚਲ ਜਾਂਦੇ ਨੇ ਤੇ ਉਹ ਮਾਮਲਾ ਵੀ ਭਖਦਾ ਆ। ਨਹੀਂ ਦੇਖੋ ਪਤਾ ਕੀ ਆ, ਉਹ ਇੱਕ ਉੱਥੇ ਰਿਸਰਚ ਸੈਂਟਰ ਬਣਾਉਣ ਲਈ ਦਿੱਤੇ ਗਏ ਆ। ਉਹ ਡੇਰੇ ਨੂੰ ਸਰਕਾਰ ਵੱਲੋਂ ਹੁੰਦੇ ਨਹੀਂ, ਉਹ ਪਿਛਲੀ ਸਰਕਾਰ 'ਚ ਜਦੋਂ ਆਪਣੇ CM ਚੰਨੀ ਸੀਗੇ ਚਰਨਜੀਤ, ਉਹਨਾਂ ਨੇ ਦਿੱਤੇ ਸੀ 25 ਕਰੋੜ। ਨਵੀਂ ਸਰਕਾਰ ਆਈ, ਨਵੀਂ ਸਰਕਾਰ ਨੇ ਉੱਤੇ ਥੋੜ੍ਹਾ ਜਿਹਾ ਉਹ ਆ ਕੇ ਫਿਰ ਰੋਕ ਲਿਆ, ਬਟ ਫਿਰ ਉਹ ਨਵੀਂ ਸਰਕਾਰ ਨੇ ਹੁਣ ਜੋ ਜਿਮਣੀ ਚੋਣ ਆ ਗਈ ਦੇ ਦਿੱਤੇ। ਉਹ ਇੱਕ ਡਿਫਰੈਂਟ ਇਸ਼ੂ ਹੈਗਾ ਕਿ ਉਹ ਡੇਰੇ ਦੇ ਵਿੱਚ ਜਿਹੜਾ ਹੋਰ ਚੀਜ਼ਾਂ ਬਣਾਉਣੀਆਂ ਉਹਦੇ ਲਈ ਦਿੱਤੇ ਗਏ ਆ। ਉਹਦੇ ਵਿੱਚ ਤਾਂ ਕੋਈ ਗੱਲ ਨਹੀਂ, ਗੌਰਮੈਂਟ ਖਰਚ ਕਰ ਸਕਦੀ ਆ। ਗੌਰਮੈਂਟ ਇੱਥੇ ਆਪਣੇ ਕੀ ਨਾਮ ਹੈ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਜਿੱਥੇ ਹੈਗਾ ਰਿਸਰਚ ਸੈਂਟਰ ਬਣਨੇ ਹੁੰਦੇ, ਕਈ ਜਗ੍ਹਾ ਹੋਰ ਨਵੀਆਂ ਚੀਜ਼ਾਂ ਬਣਨੀਆਂ ਹੁੰਦੀਆਂ, ਉਹਦੇ ਲਈ ਕੋਈ ਓਬਜੈਕਸ਼ਨ ਨਹੀਂ ਹੈਗਾ, ਉਹਦੇ ਵਿੱਚ ਡੇਰਿਆਂ ਨੂੰ ਜਾਣਾ ਚਾਹੀਦਾ। ਲੇਕਿਨ ਗੱਲ ਇਹ ਹੈ ਕਿ ਡੇਰਿਆਂ ਦਾ ਇਸਤੇਮਾਲ ਜੇ ਜਾਣਾ ਤੇ ਉਹ ਸੱਚੇ ਮਨ ਨਾਲ ਜਾਵੇ, ਉਹਦਾ ਫਾਇਦਾ ਹੋਵੇ। ਲੇਕਿਨ ਜੇ ਆਪਾਂ ਕਹੀਏ ਕਿ ਇਹ 25 ਕਰੋੜ ਦੇ ਕੇ ਅਸੀਂ ਵੋਟਾਂ 'ਚ ਕਨਵਰਟ ਕਰਾਉਣਾ, ਫਿਰ ਤਾਂ ਉਹ ਆਪਣੇ ਅੰਦਰਲਾ ਜਿਹੜਾ ਵਾ, ਮੈਂ ਕਹਿੰਦਾ ਉਹ ਆਪਣੇ ਅੰਦਰਲਾ ਇੱਕ ਨਾ ਜਿਹੜਾ ਮਨ ਦਾ ਖੋਟ ਹੈ ਉਹ ਸਾਫ਼ ਹੋ ਜਾਂਦਾ। ਅੱਛਾ, ਆਪਾਂ ਇਹ ਵੀ ਪਤਾ ਲਗਾ ਸਕਦੇ ਕਿ ਕਿਹੜੀ ਪਾਰਟੀ ਕਿਹੜੇ ਧਰਮ ਦੇ ਨਾਲ ਜਾਂ ਕਿਹੜੇ ਡੇਰੇ ਦੇ ਨਾਲ ਸੰਬੰਧ ਰੱਖਦੀ ਹੈ, ਕਿਹੜੀ ਪਾਰਟੀ ਨੂੰ ਕਿਹੜੇ ਡੇਰੇ ਤੋਂ ਚੋਣਾਂ ਵਿੱਚ ਮਦਦ ਮਿਲ ਸਕਦੀ ਹੈ। ਦੇਖੋ ਇਹ ਤਾਂ ਤੁਹਾਡੇ ਸਾਹਮਣੇ ਹੁਣ ਕਲੀਅਰ ਹੀ ਹੋ ਜਾਂਦਾ ਕਿ ਡੇਰਾ ਸੱਚਾ ਸੌਦਾ ਜਿਹੜਾ ਉਹ BJP ਨਾਲ ਇੰਟਰਨਲੀ ਉਹਨਾਂ ਦਾ ਸੈਟਅਪ ਹੈਗਾ
ਔਰ ਜਿਸ ਤਰ੍ਹਾਂ ਉਹਨਾਂ ਦੇ ਉੱਤੇ ਕੇਸ ਚੱਲ ਰਹੇ ਨੇ, ਬਾਹਰ ਲਿਆਉਣਾ, ਪੈਰੋਲ ਤੇ ਆਉਣਾ, ਵਾਪਸ ਜਾਣਾ, ਉਹ ਸਾਰੀਆਂ ਚੀਜ਼ਾਂ ਲੋਕ ਸਮਝਦੇ ਨੇ, ਲੇਕਿਨ ਉਹਨਾਂ ਦਾ ਪ੍ਰਭਾਵ ਪੰਜਾਬ 'ਚ ਵੀ ਹੈ, ਹਰਿਆਣਾ 'ਚ। ਮੈਂ ਬਾਕੀ ਨਹੀਂ ਸਮਝਦਾ ਕਿ ਬਾਕੀ ਡੇਰਿਆਂ ਦੇ ਉੱਤੇ ਕੋਈ ਪੋਲੀਟੀਕਲ ਪ੍ਰਭਾਵ ਹੁੰਦਾ। ਹੁਣ ਡੇਰਾ ਬੱਲਾਂ ਹੈਗੇ, ਸੱਚਖੰਡ ਬੱਲਾਂ ਵਾਲੇ ਸੰਤ, ਇਹਨਾਂ ਕੋਲ ਸਾਰੇ ਹੀ ਜਾਂਦੇ ਨੇ, ਇਹਨਾਂ ਕੋਲ ਸਾਰੇ ਹੀ ਜਾਂਦੇ ਨੇ। ਡੇਰਾ ਆਪਣਾ ਜਿਹੜਾ ਰਾਧਾ ਸੁਆਮੀ ਹੈਗੇ ਨੇ, ਬਾਬਾ ਗੁਰਿੰਦਰ ਸਿੰਘ ਜੀ, ਇਹਨਾਂ ਕੋਲ ਸਾਰੀ ਦੁਨੀਆ ਜਾਂਦੀ, ਵੱਡੇ ਵੱਡੇ ਲੀਡਰ ਜਾਂਦੇ, ਪ੍ਰਾਈਮ ਮਿਨਿਸਟਰ ਜਾਂਦੇ, ਅਮਿਤ ਸ਼ਾਹ ਜਾਂਦੇ ਆ, ਕਾਂਗਰਸ ਦੇ ਸਾਰੇ ਜਾਂਦੇ ਨੇ, ਰਾਹੁਲ ਗਾਂਧੀ ਜਾਂਦੇ ਨੇ, ਠੀਕ ਹੈ ਨਾ, ਔਰ ਵਿਕਰਮ ਮਜੀਠੀਆ ਜਾਂਦੇ ਨੇ, ਅਕਾਲੀ ਦਲ ਦੇ ਸੁਖਬੀਰ ਬਾਦਲ ਜਾਂਦੇ ਨੇ। ਇਹ ਉਹਨਾਂ ਲਈ ਸਾਰੇ ਬਰਾਬਰ ਹੈਗੇ ਆ। ਲੇਕਿਨ ਇਹੀ ਗੱਲ ਮੈਂ ਸਮਝਾਉਣਾ ਚਾਹੁੰਦਾ ਕਿ ਡੇਰਿਆਂ ਨੂੰ ਰਾਜਨੀਤੀ ਵਾਸਤੇ ਇਸਤੇਮਾਲ ਕਰਨ ਦੇ ਜਗ੍ਹਾ ਦੇ ਉੱਤੇ ਡੇਰਿਆਂ ਨੂੰ ਪੰਜਾਬ ਦੇ ਵੈਲਫੇਅਰ ਲਈ, ਪੰਜਾਬ ਦੀ ਗਰੀਬੀ ਹਟਾਉਣ ਲਈ ਇਸਤੇਮਾਲ ਕੀਤਾ ਜਾਣਾ ਚਾਹੀਦਾ। ਤੇ ਜ਼ਰੂਰ ਚੋਣਾਂ ਆਉਣ ਸਾਰ ਜਿਹੜਾ ਮੰਤਰੀਆਂ ਦਾ ਫੇਰਾ ਵੱਧ ਜਾਂਦਾ ਹੈ ਡੇਰਿਆਂ ਵੱਲ ਨੂੰ, ਉਸ ਨੂੰ ਲੈ ਕੇ ਜ਼ਰੂਰ ਚਰਚਾ ਕੀਤੀ, ਕੀ ਮਹੱਤਵ ਰੱਖਦੇ ਨੇ ਡੇਰੇ ਸਿਆਸਤ ਵਿੱਚ, ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ। ਤੇ ਜ਼ਰੂਰ ਇਹ ਵੀ ਜਾਣਨਾ ਜ਼ਰੂਰੀ ਹੈ ਮੰਤਰੀਆਂ ਨੂੰ ਕਿ ਡੇਰਿਆਂ ਦਾ ਇਸਤੇਮਾਲ ਵੋਟਾਂ ਵਾਸਤੇ ਕਰਨਾ ਇਹ ਜ਼ਰੂਰੀ ਨਹੀਂ ਹੁੰਦਾ। ਇਸ ਵਾਸਤੇ ਵਿਸਥਾਰਪੂਰਵਕ ਜਾਣਨ ਦੀ ਕੋਸ਼ਿਸ਼ ਕੀਤੀ ਡਾਕਟਰ ਸੁਰਿੰਦਰਪਾਲ ਤੋਂ। ਹੋਰ ਵੀ ਜਾਣਕਾਰੀਆਂ ਤੁਹਾਡੇ ਸਾਂਝੇ ਕਰਦੇ ਰਵਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। Subscribe to One India channel and never miss an update.